ਮੋਦੀ ਸਾਹਿਬ ਉਹ ਵਕਤ ਨੂੰ ਕਿਉਂ ਭੁੱਲ ਜਾਂਦੇ ਹੈ ਜਦੋਂ 1977 ਦੀ ਐਮਰਜੈਂਸੀ ਦੌਰਾਨ ਉਹ ਪੱਗ ਬੰਨ੍ਹ ਕੇ ਲੁਕਦੇ ਫਿਰਦੇ ਸੀ ਪੰਜਾਬ 'ਚ। ਦਸਤਾਰ ਤੇ ਕੋਈ ਉਂਗਲ ਜਾਂ ਹੱਥ ਜਾਂ ਕੋਈ ਨਿਗਾਹ ਨਹੀਂ ਚੱਕ ਸਕੇਗਾ। ਅੱਜ ਉਸੇ ਦਸਤਾਰ 'ਚੋਂ ਉਸੇ ਪੱਗ 'ਚੋਂ ਇਹਨਾਂ ਨੂੰ ਖਾਲਿਸਤਾਨ ਨਜ਼ਰ ਆ ਰਿਹਾ। ਮੇਰਾ ਬੜਾ ਮਨ ਦੁਖੀ ਹੁੰਦਾ। ਖਾਲਿਸ ਦਾ ਮਤਲਬ ਸ਼ਾਇਦ ਮੋਦੀ ਸਾਹਿਬ ਆਪਦੇ ਆਪ ਨੂੰ ਬਹੁਤ ਵੱਡੇ ਵਿਦਵਾਨ ਸਮਝਦੇ ਹੋਣਗੇ, लेकिन what does खालिस्तान means? खालिस्तान means प्योर, शुद्ध, जिंदे च कोई चूत चलाकी नहीं, जिंदे च कोई भेद भाव नहीं। उन्हां ते एक खालिस्तान दा एक टैग लाया जा रहा, ठप्पा लाया जा रहा है। तो मेरे मन च आया कि मैं उत्थे जाके हिक डाह के कवां जे देश दा अन्नदाता खालिस्तानी है तो मैं हिंदू खालिस्तानी है। ਮੋਦੀ ਸਾਹਿਬ ਸ਼ਾਇਦ ਉਹਨਾਂ ਕੋਲ ਬਹੁਤ ਵੱਡਾ ਸਰਕਾਰੀ ਤੰਤਰ ਹੈ, ਉਹਨਾਂ ਨੂੰ ਇਹ ਇੰਟੈਲੀਜੈਂਸ ਤੋਂ ਰਿਪੋਰਟਾਂ ਆਉਂਦੀਆਂ ਹੋਣਗੀਆਂ। ਜਿੰਨਾ ਉਹ ਡਿਲੇ ਕਰ ਰਹੇ ਨੇ ਇਸ ਅੰਦੋਲਨ ਨੂੰ, ਉਹਨਾਂ ਹੋਰ ਤਿੱਖਾ ਹੋ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ ਤੇ ਮੈਂ ਹਾਂ ਗੁਰਸੇਵਕ ਸਿੰਘ ਭਾਣਾ। ਆਪਾਂ ਪਿਛਲੇ ਦਿਨੀ ਇੱਕ ਕਿਸਾਨ ਮੋਰਚੇ ਦੇ ਉੱਤੋਂ ਇੱਕ ਵੀਡੀਓ ਵਾਇਰਲ ਹੋਈ ਜਿਹੜੀ ਤੁਸੀਂ ਦੇਖੀ ਹੋਊਗੀ ਕਿ ਮੈਂ ਵੀ ਹਿੰਦੂ ਖਾਲਿਸਤਾਨੀ। ਸੋ ਆਪਾਂ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਵੀਰ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਹੈਪੀ ਖੇੜਾ ਹੈ, ਮੈਂ ਸ਼੍ਰੀ ਮੁਕਤਸਰ ਸਾਹਿਬ ਤੋਂ ਆਇਆ ਵੀਰ ਜੀ। ਅੱਛਾ ਜੀ, ਇਹ ਤੁਹਾਡੀ ਜਿਹੜੀ ਵੀਡੀਓ ਵਾਇਰਲ ਹੋਈ ਆ ਕਿ ਤੁਸੀਂ ਕਹਿ ਰਹੇ ਹੋ ਕਿ ਮੈਂ ਹਿੰਦੂ ਖਾਲਿਸਤਾਨੀ, ਉਹ ਜਿਹੜੇ ਤੁਹਾਡਾ ਵਿਊ ਦੇਣ ਦਾ ਕਾਰਨ ਕੀ ਬਣਿਆ? ਵੀਰ ਜੀ, ਜਦੋਂ ਇਹ ਅੰਦੋਲਨ ਅੱਜ ਤੋਂ 2 ਮਹੀਨੇ ਪਹਿਲਾਂ ਸਟਾਰਟ ਹੋਇਆ, ਜਦ ਦਿੱਲੀਵਾਲ ਕਿਸਾਨ ਵੀਰ ਜਿਹੜੇ ਆਪਣੇ ਦੇਸ਼ ਦਾ ਢਿੱਡ ਭਰਦੇ ਹੈ, ਜਦੋਂ ਇਸ ਦਿੱਲੀ ਵੱਲ ਆਪਣੀਆਂ ਜਾਇਜ਼ ਮੰਗਾਂ ਲਈ ਭਾਰਤ ਸਰਕਾਰ ਕੋਲ ਆ ਰਹੇ ਸੀਗੇ, ਉਦੋਂ ਇੱਕ ਮੀਡੀਆ ਜਿਹੜਾ ਮੋਦੀ ਦਾ ਪ੍ਰਚਾਰ ਤੰਤਰ ਸੀ ਭਾਰਤ ਸਰਕਾਰ ਦਾ, ਤਾਂ ਉਹ ਇਸ ਅੰਦੋਲਨ ਜਿਹੜਾ ਕਿ ਦੁਨੀਆ ਵਿਆਪੀ ਅੰਦੋਲਨ ਬਣ ਚੁੱਕਿਆ ਹੈ, ਉਸ ਨੂੰ ਫੇਲ ਕਰਨ ਲਈ ਹਰ ਹੀਲੇ ਵਸੀਲੇ ਵਰਤਣ ਲਈ ਤਾਂ ਉਹਨਾਂ ਨੇ ਇੱਕ ਇਸ ਅੰਦੋਲਨ ਨੂੰ ਨੈਸ਼ਨਲ ਐਂਟੀ ਨੈਸ਼ਨਲ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਜਿਹਨੂੰ ਇੱਕ ਖਾਲਿਸਤਾਨ ਦਾ ਰੂਪ ਵੀ ਦੇਣ ਦੀ ਕੋਸ਼ਿਸ਼ ਕੀਤੀ। ਤਾਂ ਮੇਰੇ ਮਨ 'ਚ ਇੱਕ ਦਰਦ ਆਇਆ, ਇੱਕ ਪੀੜ ਆਈ। ਜਿਹੜੇ ਭੋਲੇ ਭਾਲੇ ਲੋਕ ਜਿਹੜੇ ਦਿਨ ਰਾਤ ਆਪਦੀ ਸੱਪਾਂ ਦੀਆਂ ਸੀਰੀਆਂ ਮਿੱਧ ਕੇ ਸਾਡਾ ਢਿੱਡ ਪਾਲਦੇ ਹੈ, ਉਹਨਾਂ 'ਤੇ ਇੱਕ ਖਾਲਿਸਤਾਨ ਦਾ ਇੱਕ ਟੈਗ ਲਾਇਆ ਜਾ ਰਿਹਾ, ਠੱਪਾ ਲਾਇਆ ਜਾ ਰਿਹਾ। ਤਾਂ ਮੇਰੇ ਮਨ 'ਚ ਆਇਆ ਕਿ ਮੈਂ ਉੱਥੇ ਜਾ ਕੇ ਹਿੱਕ ਡਾਹ ਕੇ ਕਵਾਂ ਜੇ ਦੇਸ਼ ਦਾ ਅੰਨਦਾਤਾ ਖਾਲਿਸਤਾਨੀ ਹੈ ਤਾਂ ਮੈਂ ਹਿੰਦੂ ਖਾਲਿਸਤਾਨੀ ਹਾਂ। ਦੇਖੋ, ਸਰਕਾਰ ਤਾਂ ਇਹ ਕਹਿੰਦੀ ਹੈ ਕਿ ਜਿਹੜੇ ਖਾਲਿਸਤਾਨੀ ਆ ਉਹ ਅੱਤਵਾਦੀ ਆ, ਉਹ ਭਾਰਤ ਦੇ ਦੁਸ਼ਮਣ ਆ, ਟੈਰਰਿਸਟ ਆ, ਤਰ੍ਹਾਂ ਦੇ ਉਹ ਜਿਹੜੇ ਆ ਸ਼ਬਦ ਕੱਢਦੇ ਆ। ਦੇਖੋ ਪਿੱਛੇ ਜੇ ਖਾਲਸਾ ਐਡ ਸਰਦਾਰ ਰਵੀ ਸਿੰਘ ਹੋਣਾ ਨੂੰ ਵੀ ਇਹਨਾਂ ਨੇ ਅੱਤਵਾਦੀ ਕਿਹਾ, ਜਿਹੜੇ ਕਿ ਖਾਲਸੇ ਤਾਂ ਇੱਦਾਂ ਦੇ ਹੁੰਦੇ ਆ ਕਿ ਪਵਿੱਤਰ ਰੂਹ ਸੇਵਾ ਵਾਲੇ, ਸੇਵਾ ਦੀ ਪੁੰਜ ਆ, ਪਰ ਇਹ ਵਾਰ-ਵਾਰ ਖਾਲਸਿਆਂ ਨੂੰ, ਖਾਲਿਸਤਾਨੀਆਂ ਨੂੰ ਅੱਤਵਾਦੀ ਕਹਿੰਦੇ ਆ। ਤੁਸੀਂ ਫਿਰ ਇਹ ਟੈਗ ਆਪਣੇ 'ਤੇ ਕਿਉਂ ਲਵਾਇਆ? ਵੀਰ ਜੀ, ਮੈਂ ਖਾਲਿਸ ਦਾ ਮਤਲਬ ਸ਼ਾਇਦ ਮੋਦੀ ਸਾਹਿਬ ਆਪਦੇ ਆਪ ਨੂੰ ਬਹੁਤ ਵੱਡੇ ਵਿਦਵਾਨ ਸਮਝਦੇ ਹੋਣਗੇ, ਲੇਕਿਨ what does ਖਾਲਿਸਤਾਨ means? ਖਾਲਿਸਤਾਨ means ਪਿਓਰ, ਸ਼ੁੱਧ, ਜਿੰਦੇ 'ਚ ਕੋਈ ਚੂਤ ਚਲਾਕੀ ਨਹੀਂ, ਜਿੰਦੇ 'ਚ ਕੋਈ ਭੇਦ ਭਾਵ ਨਹੀਂ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਹਨਾਂ ਨੇ ਇੱਕ, ਸਾਡੇ ਸਾਰੇ ਗੁਰੂਆਂ ਨੇ, ਇਸ ਕੌਮ ਦੇ ਸਾਡੇ ਸਾਰੇ ਗੁਰੂਆਂ ਨੇ ਇੱਕੋ ਨਾਅਰਾ ਦਿੱਤਾ, ਖਾਲਿਸ ਦਾ, ਪਿਓਰਿਟੀ ਦਾ। ਲੇਕਿਨ ਉਹਨਾਂ ਨੇ ਖਾਲਿਸ ਦਾ ਨਾਲ ਇਹ ਵੀ ਕਿਹਾ ਸੀ ਜਬਰ ਤੇ ਜੁਰਮ ਦੇ ਵਿਰੁੱਧ ਸ਼ਾਂਤੀ ਨਾਲ ਕਿਵੇਂ ਲੜਨਾ। ਉਵੇਂ ਸਾਡੇ ਜਿਹੜੇ ਕਿਸਾਨ ਵੀਰ ਹੈ, ਸਮੁੱਚੇ ਕਿਸਾਨ ਆਗੂ ਹੈ, ਚਾਹੇ ਉਹ ਰਾਜੇਵਾਲ ਜੀ ਨੇ, ਦਾਨਿਸ਼ਮੰਦ ਇਨਸਾਨ, ਚਾਹੇ ਉਹ ਉਗਰਾਹਾਂ ਸਾਹਿਬ ਨੇ, ਡਾਕਟਰ ਸਾਹਿਬ ਨੇ, ਚਾਹੇ ਉਹ ਆਪਣਾ ਡੱਲਾ ਸਾਹਿਬ ਨੇ, ਮਨਜੀਤ ਕਾਦੀਆਂ ਜੀ ਨੇ, ਇਹਨਾਂ ਨੇ ਇੰਨੀ ਦਾਨਿਸ਼ਮੰਦੀ ਨਾਲ, ਸਿਆਣਪ ਨਾਲ, ਔਰ ਸਭ ਤੋਂ ਵੱਡੀ ਗੱਲ ਹੈ ਰੜਕ ਨਾਲ, ਰੜਕ ਰੱਖ ਕੇ ਇੱਕ ਇਸ ਅੰਦੋਲਨ ਨੂੰ ਧਰਮ ਨਿਰਪੱਖ ਦਾ ਰੂਪ ਦਿੱਤਾ, ਇੱਕ ਸ਼ਾਂਤੀ ਦਾ, ਡਿਸਿਪਲਿਨ ਦਾ ਰੂਪ ਦੇ ਕੇ ਇਸ ਅੰਦੋਲਨ ਨੂੰ ਦੁਨੀਆ 'ਚ ਸਭ ਤੋਂ ਵੱਡਾ ਅੰਦੋਲਨ ਦਾ ਇਹ ਇਤਿਹਾਸ ਲਿਖਿਆ ਜਾਣਾ। ਲੋਕ ਇਹਨਾਂ ਨੂੰ ਪੀਰ ਪੈਗੰਬਰਾਂ ਵਾਂਗੂ ਪੂਜਿਆ ਕਰਨਗੇ, ਇਹਨਾਂ ਸਮੁੱਚੇ ਕਿਸਾਨ ਆਗੂਆਂ ਨੂੰ, ਜਿਨ੍ਹਾਂ ਨੇ ਇਸ ਮਿੱਟੀ ਲਈ, ਇਸ ਦੇਸ਼ ਲਈ ਸੇਵਾ ਕੀਤੀ ਹੈ। ਇਹ ਰਾਤੋਂ ਰਾਤ ਆਗੂ ਨਹੀਂ ਬਣੇ ਵੀਰ ਜੀ, ਇਹਨਾਂ ਨੂੰ 40-40 ਸਾਲ ਕਿਸਾਨ ਕੋਲੋਂ ਲਈ ਲੜਦਿਆਂ ਹੋ ਗਏ। ਮੈਂ ਬੇਨਤੀ ਕਰਦਾ ਮੋਦੀ ਸਾਹਿਬ, ਅੱਜ ਜਿਹੜੀ ਗੱਲ ਤੁਸੀਂ ਵੀਰ ਜੀ ਮੈਨੂੰ ਰਵੀ ਸਿੰਘਾਂ ਬਾਰੇ ਪੁੱਛੀ ਹੈ, ਬਹੁਤ ਸੋਹਣਾ ਤੁਸੀਂ ਮੇਰੇ ਦਿਲ ਨੂੰ ਛੂ ਲਿਆ ਜਿਹੜਾ ਤੁਸੀਂ ਕੁਐਸਚਨ ਕੀਤਾ। ਛੋਟੇ ਵੀਰ, ਰਵੀ ਸਿੰਘ ਖਾਲਸਾ ਏਡ ਵਾਲਾ ਇੱਕ ਉਹ ਇਨਸਾਨ ਹੈ, ਜਦੋਂ ਵੀ ਦੁਨੀਆ ਦੇ ਕਿਸੇ ਕੋਨੇ 'ਤੇ ਕੁਦਰਤੀ ਆਫਤ ਆਈ
ਉਹ ਬੰਦੇ ਨੇ ਆਪਦਾ ਜੀ ਜਾਨ ਵਾਰ ਕੇ ਆਪਦੀ ਸਿਹਤ ਦੀ ਆਪਦੀ ਟੀਮ ਨਾਲ ਆਪਦੇ ਜਿਹੜੀ ਸਮੁੱਚੀ ਉਹਨਾਂ ਦੀ ਟੀਮ ਸੀ, ਉਹਨਾਂ ਨੇ ਚਾਹੇ ਨੇਰੀ ਆਈ ਦੁਨੀਆ ਦੇ ਕਿਸੇ ਝੱਖੜ ਆਇਆ, ਤੂਫਾਨ ਆਇਆ, ਕਰੋਨਾ ਆਇਆ, ਉਸ ਬੰਦੇ ਨੇ ਗੋਰਿਆਂ ਤੱਕ ਨੂੰ ਲੰਗਰ ਜਿਹੜਾ ਆਪਦੇ ਹਵਾਈ ਜਹਾਜ਼ਾਂ ਤੇ ਪਹੁੰਚਾਇਆ। ਅੱਜ ਉਦੋਂ ਤੋਂ ਸਾਡੇ ਦੇਸ਼ ਦਾ ਮਹਾਨ ਵਾਸੀ ਲੱਗਦਾ ਸੀ ਤੁਹਾਨੂੰ, ਜਦੋਂ ਸਿਰ ਉੱਚਾ ਕਰਨਾ ਹੁੰਦਾ ਸੀ। ਅੱਜ ਜਦੋਂ ਪਾਕ ਪਵਿੱਤਰ ਕਿਸਾਨ ਵੀਰਾਂ ਦਾ ਸਾਥ ਦੇਣ ਆਇਆ, ਉਹਨਾਂ ਦੀਆਂ ਲੋੜੀਂਦੀਆਂ ਸੁਵਿਧਾਵਾਂ ਦੇ ਰਿਹਾ ਉਹ, ਅੱਜ ਉਹ ਤੁਹਾਨੂੰ ਅੱਤਵਾਦੀ ਦਿਖਣ ਲੱਗ ਗਿਆ। ਮੋਦੀ ਸਾਹਿਬ ਉਹ ਤੁਹਾਨੂੰ ਪੱਗ ਚੋਂ, ਤੁਹਾਨੂੰ ਯਾਦ ਹੋ ਵੀਰ ਜੀ ਜਿਹੜੀ ਗੱਲ ਤੁਸੀਂ ਪਹਿਲਾਂ ਵੀ ਮੇਰੀ ਉਹ ਕਵਰ ਕੀਤੀ, ਬਹੁਤ ਮਿਹਰਬਾਨੀ, ਜਿਹੜੀ ਕਿ ਦੁਨੀਆ ਦੇ ਹਰ ਘਰ ਵਿੱਚ ਤੁਸੀਂ ਪਹੁੰਚਾਈ, ਵੱਧ ਤੋਂ ਵੱਧ ਵਾਇਰਲ। ਮੈਂ ਧੰਨਵਾਦੀ ਹਾਂ ਤੁਹਾਡਾ। ਮੋਦੀ ਸਾਹਿਬ ਉਹ ਵਕਤ ਨੂੰ ਕਿਉਂ ਭੁੱਲ ਜਾਂਦੇ ਹੈ ਜਦੋਂ 1977 ਦੀ ਐਮਰਜੈਂਸੀ ਦੌਰਾਨ ਉਹ ਪੱਗ ਬੰਨ੍ਹ ਕੇ ਲੁਕਦੇ ਫਿਰਦੇ ਸੀ ਪੰਜਾਬ 'ਚ। ਵੀਰ ਜੀ ਉਹਨੂੰ ਪਤਾ ਸੀ ਵੀ ਦਸ਼ਮੇਸ਼ ਪਿਤਾ ਦੀ ਹੋਈ ਸਾਜ਼ਿਸ਼, ਦਸਤਾਰ ਤੇ ਕੋਈ ਉਂਗਲ ਜਾਂ ਹੱਥ ਜਾਂ ਕੋਈ ਨਿਗਾਹ ਨਹੀਂ ਚੱਕ ਸਕੇਗਾ। ਅੱਜ ਉਸੇ ਦਸਤਾਰ ਚੋਂ, ਉਸੇ ਪੱਗ ਚੋਂ ਇਹਨਾਂ ਨੂੰ ਖਾਲਿਸਤਾਨ ਨਜ਼ਰ ਆ ਰਿਹਾ। ਮੇਰਾ ਬੜਾ ਮਨ ਦੁਖੀ ਹੁੰਦਾ। ਮੈਂ ਵੀਰ ਜੀ ਇੱਥੇ ਪਹਿਲਾਂ ਵੀ ਪੰਜ ਦਿਨ 3 ਵਾਰ ਲਾ ਕੇ ਗਿਆ, ਹੁਣ ਮੈਂ ਚੌਥੀ ਵਾਰ ਆਇਆ, ਔਰ ਮੈਂ ਤੁਹਾਨੂੰ ਆਪਦੇ ਮਨ ਦੀ ਅਵਸਥਾ ਦੱਸਦਾ ਵੀਰ ਜੀ। ਮੈਂ ਜਦੋਂ ਘਰੇ ਜਾਂਦਾ ਨਾ, ਹਲਕੀ ਮੈਨੂੰ ਪਤਾ ਮੇਰੇ ਕੱਲਿਆਂ ਨਾਲ ਇੱਥੇ ਕੋਈ ਇਨਕਲਾਬ ਨਹੀਂ ਆ ਜਾਣਾ, ਮੇਰਾ ਕੋਈ ਮੈਨੂੰ ਤਾਂ ਸਿਰਫ ਇਸ ਅੰਦੋਲਨ ਨਾਲ ਇੱਕ ਇਸ਼ਕ ਹੋ ਗਿਆ। ਮੈਂ ਇਹ ਜਿਹੜੇ ਕਿਸਾਨ ਆਗੂ ਬਿਨਾਂ ਨਿਰਸਵਾਰਥ, ਇਹ ਵੀ ਤਾਂ ਬਹੁਤ ਵੱਡੀਆਂ ਸਰਕਾਰ ਦੀਆਂ ਲਾਲਚ ਪ੍ਰਾਪਤ ਕਰ ਸਕਦੇ ਸੀ। ਜਿੰਨੀਆਂ ਸਰਕਾਰ ਵਾਰ-ਵਾਰ ਮੀਟਿੰਗਾਂ ਕਰਕੇ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਅਸੀਂ ਭਾਰਤ ਦੇ ਲੋਕਾਂ ਨੂੰ ਦਿਖਾ ਸਕੀਏ ਕਿ ਅਸੀਂ ਕਿਸਾਨਾਂ ਦੇ ਨਾਲ ਜਿਹੜੀ ਗੱਲਬਾਤ ਕਰ ਰਹੇ ਹਾਂ, ਅਸੀਂ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੁੰਦੇ ਹਾਂ, ਪਰ ਕਿਸਾਨ ਹਰ ਵਾਰ ਆਪਣੀ ਗੱਲ 'ਤੇ ਜਿਹੜੇ ਆ ਅੜੇ ਰਹਿੰਦੇ ਆ। ਸੋ ਕੱਲ੍ਹ ਵੀ ਮੀਟਿੰਗ ਹੋਈ ਆ, ਉਹ ਮੀਟਿੰਗ ਵੀ ਬੇਸਿੱਟਾ ਰਹੀ ਆ। ਤੁਸੀਂ ਇਸ ਮੀਟਿੰਗ ਬਾਰੇ ਕੀ ਕਹਿਣਾ ਚਾਹੁੰਦੇ ਹੋ? ਵੀਰ ਜੀ ਉਹਨਾਂ ਦਾ ਜਦੋਂ ਉਹਨਾਂ ਦੇ ਸਾਰੇ ਹੀਲੇ ਵਸੀਲੇ, ਲਾਲਚ, ਲੋਭ ਲਾਲਚ ਕਿਸਾਨ ਆਗੂਆਂ ਨੂੰ ਦੇਣ ਤੋਂ ਬਾਅਦ ਸਾਰੇ ਉਹ ਫੇਲ ਹੋ ਗਏ, ਤਾਂ ਇੱਕ ਦੌਰ ਇਹਨਾਂ ਨੇ ਮੀਟਿੰਗਾਂ ਦਾ ਵੀ ਇਸ ਜਿਹੜੀ ਅੰਦੋਲਨ ਦਾ ਹੈ ਇਹਨੂੰ ਡਿਫਿਊਜ਼ ਕਿਵੇਂ ਕੀਤਾ ਜਾਵੇ, ਮੱਧਮ ਕਿਵੇਂ ਕੀਤਾ ਜਾਵੇ, ਤਾਂ ਕਿ ਲੋਕ ਥੱਕ ਉੱਟ ਕੇ ਘਰੇ ਵਾਪਸ ਚਲੇ ਜਾਣ। ਲੇਕਿਨ ਮੋਦੀ ਸਾਹਿਬ ਸ਼ਾਇਦ ਉਹਨਾਂ ਕੋਲ ਬਹੁਤ ਵੱਡਾ ਸਰਕਾਰੀ ਤੰਤਰ ਹੈ, ਉਹਨਾਂ ਨੂੰ ਇਹ ਇੰਟੈਲੀਜੈਂਸ ਤੋਂ ਰਿਪੋਰਟਾਂ ਆਉਂਦੀਆਂ ਹੋਣਗੀਆਂ, ਜਿੰਨਾ ਉਹ ਡਿਲੇ ਕਰ ਰਹੇ ਨੇ ਇਸ ਅੰਦੋਲਨ ਨੂੰ, ਉਹਨਾਂ ਹੋਰ ਤਿੱਖਾ ਹੋ ਰਿਹਾ। ਉਹਨਾਂ ਇਹਨਾਂ ਨੂੰ ਦੁਨੀਆ ਦੇ, ਤੁਸੀਂ ਦੇਖ ਰਹੇ ਹੋ ਰਾਜੇਵਾਲ ਸਾਹਿਬ ਜਿਹੜੇ ਬਹੁਤ ਦਿਆਨਤਦਾਰ ਇਨਸਾਨ ਨੇ, ਉਹ ਰੋਜ਼ ਸਟੇਜ ਤੇ ਕਹਿੰਦੇ ਨੇ ਕਿਵੇਂ ਬਾਹਰਲੇ ਪ੍ਰਦੇਸ਼ਾਂ ਦੇ MPs ਲੀਡਰਸ ਕਿਵੇਂ ਇਸ ਅੰਦੋਲਨ ਨੂੰ ਤਿੱਖੀ ਅੱਖ ਰੱਖੀ ਹੋਈ ਆ ਉਹਨਾਂ ਨੇ, ਔਰ ਇਸ ਅੰਦੋਲਨ ਦਾ ਉਹ ਕਿਸ ਤਰੀਕੇ ਨਾਲ ਉਹ ਸਪੋਰਟ ਕਰ ਰਹੇ। ਇਹ ਤਰੀਕਾ ਇਹਨਾਂ ਨੂੰ ਜਿਹੜੀਆਂ ਤਰੀਕਾਂ ਤੇ ਤਰੀਕਾਂ ਦੇ ਰਹੇ, ਇਹਨਾਂ ਨੂੰ ਹੋਰ ਇਹਨਾਂ ਦੀ ਜਿਹੜੀ ਛਵੀ ਹੈ ਉਹ ਦੁਨੀਆ ਲੈਵਲ ਤੇ ਅੱਜ ਦੇਸ਼ ਦਾ, ਵੀਰ ਜੀ ਛੋਟੇ ਵੀਰ ਤੁਸੀਂ ਮੈਨੂੰ ਬਹੁਤ ਵਧੀਆ ਗੱਲ ਕਹੀ ਵੀ ਜਿਹੜਾ ਦੇਸ਼ ਦਾ ਅੱਜ ਹਰ ਬਸ਼ਿੰਦਾ ਇਹ ਸਮਝਣ ਲੱਗ ਗਿਆ ਕਿ ਸਵਾਏ ਝੂਠ, ਡਰਾਮੇ, ਮੀਡੀਆ ਮੈਨੇਜਮੈਂਟ, EVM ਮੈਨੇਜਮੈਂਟ ਤੋਂ ਬਿਨਾਂ, ਮਾਫ ਕਰਨਾ, ਇਹਨਾਂ ਕੋਲ ਹੋਰ ਕੁਛ ਨਹੀਂ ਰਹਿ ਗਿਆ। ਵੀਰ ਜੀ ਤੁਸੀਂ ਦੇਖੋਗੇ, ਆਹ ਦੇਖੋ ਹਰ ਬਸ਼ਿੰਦਾ ਸਮਝਦਾ ਇਹ ਤਾਂ ਤੁਹਾਡੇ ਲੋਕਾਂ ਕਰਕੇ ਇਸ ਅੰਦੋਲਨ TC ਤੇ ਪਹੁੰਚਿਆ, ਜਿਹੜੇ ਤੁਸੀਂ ਘਰ ਪਹੁੰਚਾਉਂਦੇ ਹੋ ਰਾਤਾਂ ਜਾਗ ਕੇ। ਵੀਰ ਜੀ ਤੁਸੀਂ ਦੇਖੋ ਜਿਹੜਾ ਇਹਨਾਂ ਨੇ 2-3 ਦਿਨ ਪਹਿਲਾਂ ਇੱਕ ਸੁਪਰੀਮ ਕੋਰਟ ਵਾਲਾ ਖੇਡ, ਜਦੋਂ ਸਾਰੀ ਦੁਨੀਆ ਦੇ ਅੱਖਾਂ 'ਚ ਕੱਟਾ ਪਾਉਣਾ ਦੀ ਕੋਸ਼ਿਸ਼ ਕੀਤੀ, ਦੇਸ਼ ਵਾਸੀ ਸਮਝਦੇ ਨਹੀਂ, ਉਹਨਾਂ ਨੇ ਰਲ ਕੇ ਮਾਨਯੋਗ ਜਿਹੜੀ ਸੁਪਰੀਮ ਕੋਰਟ, ਜਿਹੜਾ ਨਿਆਂ ਦਾ ਸਭ ਤੋਂ ਵੱਡਾ ਮੰਦਰ ਹੈ, ਉਹਦੇ ਤੇ ਇਹਨਾਂ ਨੇ ਰਲ ਕੇ ਇੱਕ ਖੇਲ ਖੇਲਣਾ। ਰਾਤੋਂ ਰਾਤ 4 ਮੈਂਬਰਾਂ ਦੀ ਕਮੇਟੀ ਬਣਦੀ ਹੈ ਵੀਰ ਜੀ। ਉਹ ਕਮੇਟੀ ਦੇ 2 ਮੈਂਬਰ ਜਿਹੜੇ ਆ ਉਹ ਕਮੇਟੀ ਦੇ ਵਿੱਚੋਂ ਬਾਹਰ। ਮੈਂ ਤੁਹਾਨੂੰ ਦੱਸਦਾ ਉਹ ਕਮੇਟੀ ਕੌਣ ਸੀ, ਜਿਹੜੇ ਇੱਕ ਹਮੇਸ਼ਾ ਇਸ ਪੱਖ 'ਚ ਕਾਨੂੰਨਾਂ ਦੇ ਰਹੇ ਹੈ। ਜਿਹੜੇ ਸਭ ਤੋਂ ਵੱਡੀ ਗੱਲ ਹੈ ਵੀਰ ਜੀ, ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਨਾ, ਉਹ ਲੋਕ ਸੀ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਐਡਵਾਈਜ਼ਰ ਹੈ, ਸਲਾਹਕਾਰ ਹੈ, ਬਿਜ਼ਨਸ ਸਲਾਹਕਾਰ ਹੈ ਉਹਨਾਂ ਦੇ, ਜਿਹੜੇ ਉਹਨਾਂ ਦੇ ਯੋਗ ਫੈਲਾਉਂਦੇ ਹੈ। ਤੁਸੀਂ ਦੇਖੋ ਫਿਰ ਕਿਸਾਨ ਨਾ ਤਾਂ ਇਹ ਇੰਪ੍ਰੈਸ਼ਨ ਦੇਣਾ ਦੁਨੀਆ 'ਚ ਵੀ ਅਸੀਂ ਤਾਂ ਤਿਆਰ ਹੈ, ਸਰਕਾਰ ਇਹ ਨਹੀਂ, ਇਹ ਇੱਕ ਨਿਰਾ ਕੋਰਾ ਝੂਠ ਹੈ। ਲੋਕ ਸਮਝਦੇ ਹੈ, ਤੁਹਾਡੇ ਦੁਆਰਾ ਸਮਝਦੇ ਹੈ। ਮੈਂ ਬੇਨਤੀ ਕਰਦਾ ਮੋਦੀ ਸਾਹਿਬ ਇਹ ਮਿੱਟੀ ਨੂੰ ਬਿਮਾਰ ਨਾ ਕਰੋ। ਤੁਸੀਂ ਪੂੰਜੀਪਤੀਆਂ ਦੇ ਹੱਥ ਦੇ ਕੇ ਇਸ ਦੇਸ਼ ਨੂੰ ਬਿਮਾਰ ਕਰਨ ਜਾ ਰਹੇ ਹੋ। ਇਹ ਦੇਸ਼ ਨੂੰ ਗੁਲਾਮ ਹੋ ਜਾਏਗਾ। ਦੇਸ਼ ਆਪਣੇ ਵਿਰਸੇ ਨੂੰ,
ਆਪਣੀ ਵਿਰਾਸਤ ਨੂੰ ਬਚਾਉਣ ਲਈ ਜਿਹੜੇ ਕਿਸਾਨ ਆਗੂ, ਇਕੱਲੇ ਪੰਜਾਬ ਦੇ ਕਿਸਾਨ ਆਗੂ ਨਹੀਂ ਵੀਰ ਜੀ, ਹਰ ਸੂਬੇ ਦਾ ਕਿਸਾਨ ਇੱਥੇ ਹਾਜ਼ਰ ਹੈ। ਇੱਥੇ ਹਿੰਦੂ ਵੀ ਹੋਣਾ, ਮੁਸਲਿਮ ਵੀ ਹੋਣਾ, ਸਿੱਖ ਵੀ ਹੋਣਾ, ਸਾਈ ਵੀ ਹੋਣਾ, ਬੋਧੀ ਵੀ ਹੋਣਾ, ਜੈਨੀ ਵੀ ਹੋਣਾ ਜੀ। ਇੱਥੇ ਮਹਾਰਾਸ਼ਟਰ ਦਾ ਕਿਸਾਨ ਵੀ ਹੈ, ਕੇਰਲਾ ਦਾ ਕਿਸਾਨ ਵੀ ਹੈ, ਯੂਪੀ ਦਾ ਵੀ ਹੈ, ਉੱਤਰਾਖੰਡ ਦਾ ਵੀ ਹੈ, ਪੰਜਾਬ ਦਾ ਵੀ ਹੈ, ਹਰਿਆਣੇ ਦਾ ਵੀ ਹੈ। ਔਰ ਹਾਂ, ਇੱਕ ਵੀਰ ਜੀ ਜਿਹੜਾ ਪੰਜਾਬ ਨੇ ਵੱਡੇ ਭਰਾ ਦਾ ਰੋਲ ਅਦਾ ਕੀਤਾ, ਉਸ ਲਈ ਸਾਰੇ ਅੱਛ ਕਰ ਰਹੇ ਆ ਪੰਜਾਬ ਨੂੰ, ਆਪਦੇ ਮਤਲਬ ਕਿ ਇੱਕ ਸ਼ਲਾਘਾਯੋਗ ਉਹਨਾਂ ਨੂੰ ਵੱਡਾ ਭਰਾ ਮੰਨ ਰਹੇ। ਕਿਉਂ ਨਹੀਂ ਲੱਗਦਾ ਕਿ ਅਕਸਰ ਹੀ ਜਦੋਂ ਵੀ ਕੋਈ ਮੂਵਮੈਂਟ ਚੱਲੀ, ਆਪਾਂ ਪਿੱਛੇ ਇਤਿਹਾਸ ਦੇ ਵਿੱਚ ਵੀ ਵੇਖੀਏ, ਤੇ ਪੰਜਾਬ ਨੇ ਭਾਰਤ ਦੇ ਵਿੱਚ ਮੋਹਰੀ ਰੋਲ ਅਦਾ ਕੀਤਾ। ਉਹ ਦੂਸਰੇ ਸੂਬਿਆਂ ਦੀ ਆਪਾਂ ਗੱਲ ਕਰੀਏ, ਜੇ ਇਹ ਸੰਘਰਸ਼ ਚੱਲਿਆ ਤੇ ਅੱਜ ਵੀ ਮੋਹਰੀ ਰੋਲ ਅਦਾ ਕੀਤਾ। ਆਪਾਂ ਇਤਿਹਾਸ ਵੀ ਦੇਖਿਆ ਕਿ ਹਰ ਵਾਰੀ ਪੰਜਾਬ ਨੇ ਜਿਹੜੀ ਆ ਪਹਿਲ ਕਦਮੀ ਕੀਤੀ ਹੈ, ਚਾਹੇ ਕਿਸੇ ਵੀ ਤਰ੍ਹਾਂ ਦੀ ਆਪਾਂ ਭਾਰਤ ਦੇ ਵਿੱਚੋਂ ਗੋਰੇ ਕੱਢਣ ਦੀ ਗੱਲ ਕਰੀਏ ਤਾਂ ਪੰਜਾਬ ਨੇ ਜਿਹੜੀ ਆ ਉਹ ਪਹਿਲ ਕਦਮੀ ਕੀਤੀ। ਤੇ ਜਲਿਆਂਵਾਲੇ ਬਾਗ ਦੇ ਵਿੱਚ ਪੰਜਾਬ ਦੇ ਵਿੱਚ ਕਿੱਡਾ ਵੱਡਾ ਖੂਨੀ ਸਾਕਾ ਹੋਇਆ। ਤਰ੍ਹਾਂ ਦੇ ਜਿਹੜੇ ਸੰਘਰਸ਼ ਚੱਲਦੇ ਆ ਤੇ ਪੰਜਾਬ ਪਹਿਲ ਕਦਮੀ ਕਰਦਾ, ਪਰ ਭਾਰਤ ਅਕਸਰ ਹੀ ਪੰਜਾਬ ਨੂੰ ਦਬਾਉਣ ਦੀ, ਸਿੱਖਾਂ ਨੂੰ ਦਬਾਉਣ ਦੀ ਜਿਹੜੀ ਗੱਲਬਾਤ ਕਰਦਾ। ਤੁਸੀਂ ਵੀ ਆਪਣੇ ਉੱਤੇ ਇਹ ਟੈਗ ਲਵਾਇਆ ਕਿ ਅਸੀਂ ਖਾਲਿਸਤਾਨੀ ਹਾਂ, ਪਰ ਸਰਕਾਰ ਇਹ ਪੰਜਾਬ ਨੂੰ ਅਤੇ ਸਿੱਖਾਂ ਨੂੰ ਸਮੇਂ-ਸਮੇਂ 'ਤੇ ਜਿਹੜੀ ਆ ਗੁਲਾਮ ਕਰਕੇ ਅਤੇ ਖ਼ਤਮ ਕਰਨ ਦੀ ਕੋਸ਼ਿਸ਼ ਜਿਹੜੀ ਕਰਦੀ ਰਹਿੰਦੀ ਆ। ਤੁਸੀਂ ਇਹ ਗੱਲ ਆਪ ਕਹੀ ਆ ਕਿ ਪੰਜਾਬ ਨੇ ਵੱਡੇ ਭਰਾ ਵਾਲਾ ਰੋਲ ਅਦਾ ਕੀਤਾ, ਇਹਦੇ ਬਾਰੇ ਕੀ ਤੁਹਾਡੇ ਵਿਚਾਰ? ਬਹੁਤ ਢੁਕਵਾਂ ਕੁਐਸਚਨ ਕੀਤਾ ਛੋਟੇ ਵੀਰ। ਤੁਸੀਂ ਇਤਿਹਾਸ ਦੇ ਪੰਨੇ ਫਲੋਰੋ ਪਿਛਲੇ, ਜਦੋਂ ਦੇਸ਼ ਆਜ਼ਾਦੀ 'ਚ ਸਭ ਤੋਂ ਵੱਡਾ ਜੇ ਕੋਈ ਯੋਗਦਾਨ ਰਿਹਾ ਹੈ, ਉਸ ਤੋਂ ਪਿੱਛੇ ਜਾ ਕੇ ਦੇਖੋ ਜਿਹੜੇ ਸਾਡੇ ਸਾਰੇ ਗੁਰੂ ਹੋਏ ਆ। ਗੁਰੂ ਤੇਗ ਬਹਾਦਰ ਜੀ ਨੇ ਹਿੰਦੀ ਚਾਂਦਰ ਬਣ ਕੇ ਇਸ ਹਿੰਦੂ ਕੌਮ ਨੂੰ ਕਿਵੇਂ ਬਚਾਇਆ। ਦਸ਼ਮੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਦੇ ਚਾਰੇ ਸਾਹਿਬਜ਼ਾਦਿਆਂ ਨੂੰ ਠੰਡੀਆਂ ਬੁਰਜਾਂ 'ਚ ਕੈਦ ਕਰਾ ਕੇ ਕਿਵੇਂ ਇਸ ਜੁਰਮ ਦੇ ਖਿਲਾਫ ਲੜਾਈ ਲੜੀ। ਉਸ ਤੋਂ ਬਾਅਦ ਆ ਜਾਓ ਆਜ਼ਾਦੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ। ਤੁਸੀਂ ਹਰ ਬਸ਼ਿੰਦਾ ਜਾਣਕਾਰ ਹੈ ਕਿ 90% ਜੇ ਕੁਰਬਾਨੀਆਂ ਦਿੱਤੀਆਂ ਤਾਂ ਉਹ ਪੰਜਾਬ ਦੇ ਨੇ ਦਿੱਤੀਆਂ। ਜਦ ਦੇਸ਼ ਆਜ਼ਾਦ ਹੋਇਆ ਤਾਂ ਇਹਨਾਂ ਲੋਕਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਹੋ ਕਿ ਤੁਸੀਂ ਹਿੰਦੁਸਤਾਨ ਨਾਲ ਰਹਿਣਾ ਚਾਹੁੰਦੇ ਹੋ ਜਾਂ ਆਜ਼ਾਦ ਦੇਸ਼ ਨਾਲ। ਉਦੋਂ ਇਹਨਾਂ ਨੇ ਕਿਹਾ ਨਹੀਂ, ਸਾਡੇ ਹੱਕ ਹਲੂਲ ਜਿਹੜੇ ਹੈ ਉਹ ਭਾਰਤ ਦੇਸ਼ 'ਚ ਰਕਸ਼ਕ ਨੇ, ਉਹ ਸਭ ਤੋਂ ਜ਼ਿਆਦਾ। ਉਹ ਦੇਖੋ ਅੱਜ ਤੁਸੀਂ ਉਹਨਾਂ ਲੋਕਾਂ ਨੂੰ, ਅੱਜ ਤੁਸੀਂ ਉਹਨਾਂ ਦੇਸ਼ ਭਗਤ ਕੌਮ ਨੂੰ, ਕਿਸਾਨ ਇੱਕ ਫਿਰਕਾ ਨਹੀਂ ਹੈ, ਕਿਸਾਨ ਸਭ ਤੋਂ ਵੱਡਾ ਦੇਸ਼ ਭਗਤ ਹੈ। ਛੋਟੇ ਵੀਰ, ਮੇਰਾ ਦਿਲ ਬੜਾ ਦੁਖੀ ਹੁੰਦਾ, ਮੈਨੂੰ ਅੱਗ ਲੱਗਦੀ ਹੈ ਜਦੋਂ ਇਹਨਾਂ ਨੂੰ ਕੋਈ ਕੁਛ ਕਹਿੰਦਾ ਹੈ। ਇਹ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੀਆਂ ਲਾਡਲੀਆਂ ਫੌਜਾਂ, ਇਹ ਉਸ ਫਲਸਫੇ 'ਤੇ ਚੱਲਦੀ ਹੈ ਹਮੇਸ਼ਾ। ਦੇਵ ਸ਼ਿਵਾ ਪਰ ਮੋਹੇ ਹੈ, ਸ਼ੁਭ ਕਰਮਨ ਤੇ ਕਬਹੂ ਨਾ ਕਰੋ। ਮੈਂ ਬੇਨਤੀ ਕਰਦਾ ਮੋਦੀ ਸਾਹਿਬ, ਤੁਸੀਂ ਪਾਪ ਨਾ ਕਮਾਓ। ਸਾਡੇ ਵਿਰਸੇ ਨੂੰ, ਸਾਡੀ ਵਿਰਾਸਤ ਨੂੰ, ਜਿਹੜੇ ਦੇਸ਼ ਭਗਤ ਲੋਕ ਜਿਹੜੇ ਇਹ ਸਾਂਭ ਕੇ ਰੱਖਣਾ ਚਾਹੁੰਦੇ ਆ ਵਿਰਸੇ ਔਰ ਵਿਰਾਸਤ ਨੂੰ, ਦੇਸ਼ ਦੀ ਨੂੰ, ਮੈਂ ਇਕੱਲੇ ਪੰਜਾਬ ਦੀ ਨਹੀਂ ਗੱਲ ਕਰ ਰਿਹਾ, ਉਸ ਨੂੰ ਬਚਿਆ ਰਹਿਣ ਦਿਓ। ਤੁਸੀਂ ਦੇਖ ਰਹੇ ਸੀ ਵੀਰ ਜੀ ਉਹਨਾਂ ਨੇ ਖਾਲਿਸਤਾਨ ਦਾ ਜਿਹੜਾ ਆਪਣੇ ਆਪ 'ਤੇ ਟੈਗ ਲਾ ਕੇ, ਤੇ ਉਹਨਾਂ ਨੇ ਆਪਾਂ ਨੂੰ ਇਹ ਵੀ ਦੱਸਿਆ ਕਿ ਇਹ ਜਿਹੜੇ ਖਾਲਿਸਤਾਨੀ ਗੁਰੂ ਨਾਨਕ ਦੇਵ ਜੀ ਵੀ ਹੋਏ ਆ, ਉਹਨਾਂ ਨੇ ਖਾਲਸ ਮਤਲਬ ਸ਼ੁੱਧ ਦੀ ਜਿਹੜੀ ਆ ਪਰਿਭਾਸ਼ਾ ਉਹਨਾਂ ਨੇ ਪਹਿਲ ਦੇਣੀ ਸ਼ੁਰੂ ਕੀਤੀ। ਤੇ ਅੱਜ ਮੈਂ ਵੀ ਆਪਣੇ ਆਪ ਦੇ ਜਿਹੜੇ ਖਾਲਿਸਤਾਨੀ ਹੋਣ ਦਾ ਟੈਗ ਲਵਾਉਣਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।